ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ। ਅੱਜ ਦੇ ਵਚਨ ਦਾ ਮਨਨ ਕਰਨ ਤੋਂ ਪਹਿਲਾਂ ਅਸੀਂ ਪ੍ਰਾਰਥਨਾ ਵਿੱਚ ਜਾਵਾਂਗੇ। ਦਿਆਲੂ ਪ੍ਰਭੂ, ਅਸੀਂ ਤੇਰਾ ਧੰਨਵਾਦ, ਤੇਰੀ ਮਹਿਮਾ, ਤੇਰੀ ਵਡਿਆਈ, ਤੇਰੀ ਉਸਤਤ ਕਰਦੇ ਹਾਂ। ਤੂੰ ਰਾਜਿਆਂ ਦਾ ਰਾਜਾ ਹੈ, ਪ੍ਰਭੂਆਂ ਦਾ ਪ੍ਰਭੂ, ਸਰਵ ਸ਼ਕਤੀਮਾਨ, ਸਰਵ ਵਿਆਪੀ, ਸਰਵਗਿਆ ਪਰਮੇਸ਼ਰ ਹੈ। ਤੂੰ ਸਾਨੂੰ ਕਦੇ ਛੱਡਦਾ ਨਹੀਂ, ਕਦੇ ਤਿਆਗਦਾ ਨਹੀਂ, ਹਮੇਸ਼ਾ ਸਾਡੇ ਨਾਲ ਵਫਾਦਾਰ ਰਹਿਣਾ ਹੈ। ਪਰਮੇਸ਼ਰ, ਤੇਰੀਆਂ ਭਲਾਈਆਂ ਨਿਤ ਪ੍ਰਤੀ ਦਿਨ ਵਚਨ ਦੇ ਰਾਹੀਂ ਸਾਡੇ ਜੀਵਨ ਦੇ ਵਿੱਚ ਪ੍ਰਗਟ ਹੁੰਦੀਆਂ ਨੇ ਅਤੇ ਸਾਨੂੰ ਤੇਰੀ ਜਿਉਂਦੀ ਆਸ ਵੱਲ ਲੈ ਕੇ ਜਾਂਦੀਆਂ ਨੇ। ਇਸ ਲਈ ਇਸ ਸੁੰਦਰ ਵਚਨ ਨੂੰ ਅਤੇ ਸੁਣਨ ਵਾਲਿਆਂ ਨੂੰ ਤੇਰੇ ਹੱਥਾਂ ਵਿੱਚ ਸੌਂਪਦੇ ਹੋਏ ਇਹ ਬੇਨਤੀ ਮੁਕਤੀ ਦਾ ਤੇ ਪ੍ਰਭੂ ਯਿਸੂ ਮਸੀਹ ਦੇ ਪਵਿੱਤਰ ਤੇ ਸਮਰਥੀ ਨਾਮ ਵਿੱਚ ਮੰਗਦੇ ਹਾਂ, ਐਵੇਂ। ਪਿਆਰੇ ਅਜ਼ੀਜ਼, ਅਸੀਂ 17 ਅਪ੍ਰੈਲ ਨੂੰ ਜੋ ਵਚਨ ਵੇਖਿਆ ਸੀ, ਦੁੱਖ ਅਤੇ ਮੁਸੀਬਤਾਂ ਦੇ ਸਮੇਂ ਵਿੱਚ ਅਸੀਂ ਵਚਨ ਵਿੱਚ ਕਿਵੇਂ ਖਲੋ ਸਕਦੇ ਹਾਂ। ਜ਼ਬੂਰ 46:1 ਅਤੇ 2 ਆਇਤਾਂ ਦੇ ਵਿੱਚੋਂ ਅਸੀਂ ਮਨਨ ਕੀਤਾ ਸੀ। ਅਸੀਂ ਵੇਖਿਆ ਸੀ ਕਿ ਕਿਸ ਤਰ੍ਹਾਂ ਸਾਡੇ ਜੀਵਨ ਦੇ ਵਿੱਚ ਮੁਸੀਬਤਾਂ ਆਉਂਦੀਆਂ ਆ, ਦੁੱਖ ਆਉਂਦੇ ਆ, ਸਾਡੇ ਭਾਈ ਭੈਣਾਂ ਦੇ ਵਿਰੁੱਧ ਸਾਨੂੰ ਕਸ਼ਟ ਸਹਿਣੇ ਪੈਂਦੇ ਆ, ਸਮਾਜ ਦੇ ਵਿੱਚ ਕਸ਼ਟ ਸਹਿਣੇ ਪੈਂਦੇ ਆ, ਜੌਬ ਦੇ ਵਿੱਚ ਕਸ਼ਟ ਸਹਿਣੇ ਪੈਂਦੇ ਆ, ਅਤੇ ਹਰ ਇੱਕ ਜੋ ਅਸੀਂ ਕਾਰਜ ਕਰਦੇ ਹਾਂ ਉਸ ਦੇ ਵਿੱਚ ਸਾਡੇ ਜੀਵਨ ਦੇ ਵਿੱਚ ਸਾਡੇ ਵਿਰੋਧੀਆਂ ਤੋਂ ਸਾਨੂੰ ਉਹ ਦੁੱਖ ਝੱਲਣੇ ਪੈਂਦੇ ਆ, ਉਹ ਮੁਸੀਬਤਾਂ ਝੱਲਣੀਆਂ ਪੈਂਦੀਆਂ, ਉਹ ਗੱਲਾਂ ਸਹਿਣੀਆਂ ਪੈਂਦੀਆਂ। ਪਰ ਉਸ ਦੇ ਵਿੱਚ ਪਰਮੇਸ਼ਰ ਨੇ ਕਿਹਾ ਹੈ, ਪਰਮੇਸ਼ਰ ਸਾਡੀ ਪਨਾਹ ਅਤੇ ਸਾਡਾ ਵੱਲ ਹੈ, ਉਹ ਦੁੱਖਾਂ ਵਿੱਚ ਵੱਡਾ ਸਹਾਇਕ ਹੋਇਆ ਹੈ। ਅਸੀਂ ਦੇਖਿਆ ਕਿ ਕਿਵੇਂ ਪਰਮੇਸ਼ਰ ਸਾਡਾ ਵੱਲ ਤੇ ਸਹਾਇਕ ਹੋ ਸਕਦਾ ਹੈ। ਉਹ ਸਾਡੀ ਪਨਾਹ ਹੈ, ਉਹ ਸਾਡਾ ਉਹ ਗੜ੍ਹ ਹੈ ਜਿਸ ਵਿੱਚ ਅਸੀਂ ਛੁਪ ਜਾਂਦੇ ਹਾਂ, ਜਿਸ ਦੇ ਵਿੱਚ ਅਸੀਂ ਆਪਣੇ ਜੀਵਨ ਦੇ ਵਿੱਚ ਵੇਲੇ ਸਿਰ ਸਹਾਇਤਾ ਪ੍ਰਾਪਤ ਕਰਦੇ ਹਾਂ, ਜਿਸ ਵਿੱਚ ਅਸੀਂ ਸਮੇਂ ਦੇ ਨਾਲ ਪਰਮੇਸ਼ਰ ਕੋਲੋਂ ਉਹ ਅਲਫਾਜ਼ ਲੈਂਦੇ ਹਾਂ ਜਿਹੜੇ ਸਾਡੇ ਜੀਵਨ ਦੇ ਵਿੱਚ ਸ਼ਾਂਤੀ ਨੂੰ ਪੈਦਾ ਕਰਦੇ, ਤਸੱਲੀ ਨੂੰ ਪੈਦਾ ਕਰਦੇ ਹਾਂ। ਪਰ ਅੱਜ ਮੈਂ ਉਸੇ ਨੂੰ ਫੇਰ ਆਪ ਦੇ ਨਾਲ ਅੱਗੇ ਸ਼ੁਰੂ ਕਰਨ ਜਾ ਰਿਹਾ ਹਾਂ। ਮੈਂ ਇਹ ਸਮਝਦਾ ਹਾਂ, ਦੂਸਰੀ ਗੱਲ, ਅੰਤ ਵਿੱਚ ਨਤੀਜਾ ਹੈ ਉਹ ਇੱਕ ਹੈ ਕਿ ਮੁਸ਼ਕਲ ਦੇ ਵਿੱਚ ਸਦਾ ਹਾਜ਼ਰ ਸਹਾਇਤਾ ਕਰਦਾ ਹੈ, ਸਦਾ ਹਾਜ਼ਰ ਸਹਾਇਤਾ ਕਰਦਾ ਹੈ। ਇਸ ਦੇ ਲਈ ਮੈਂ ਯਸ਼ਾਇਆ ਦਾ 33:16 ਵਚਨ ਪੜ੍ਹਦਾ ਹਾਂ, ਜਿੱਥੇ ਪਰਮੇਸ਼ਰ ਆਪਣੇ ਲੋਕਾਂ ਨੂੰ ਹਾਜ਼ਰ ਸਹਾਇਤਾ ਦਿੰਦਾ ਹੈ। ਇੱਥੇ ਇਸ ਤਰ੍ਹਾਂ ਲਿਖਿਆ ਹੈ, ਉਹ ਉਚਾਈਆਂ ਵਿੱਚ ਵਸੇਗਾ, ਉਹਦੀ ਪਨਾਹਗਾਹ ਚਟਾਨਾਂ ਦੇ ਗੜ੍ਹ ਹੋਣਗੇ, ਉਹਦੀ ਰੋਟੀ ਉਹਨੂੰ ਦਿੱਤੀ ਜਾਵੇਗੀ ਅਤੇ ਉਹਦਾ ਜਲ ਅੰਮ੍ਰਿਤ ਹੋਵੇਗਾ। ਪਰਮੇਸ਼ਵਰ ਯਸ਼ਾਇਆ ਨਬੀ ਦੇ ਰਾਹੀਂ ਸਾਡੇ ਜੀਵਨ ਦੇ ਵਿੱਚ ਤਸੱਲੀ ਦਾ ਵਚਨ ਦਿੰਦਾ ਹੈ। ਉਹ ਉਹਨਾਂ ਦੀ ਪਨਾਹਗਾਹ ਹੋਵੇਗਾ, ਉਹ ਉਹਨਾਂ ਦੀ ਦ੍ਰਿੜ ਚਟਾਨ ਹੋਵੇਗਾ, ਉਹ ਉਹਨਾਂ ਦੀ ਰੋਟੀ ਉਹਨਾਂ ਨੂੰ, ਸਾਡੀ ਵਿਸ਼ਵਾਸੀ ਦੀ ਰੋਟੀ ਕੋਈ ਖੋ ਨਹੀਂ ਸਕਦਾ ਜੇ ਅਸੀਂ ਵਿਸ਼ਵਾਸ ਦੇ ਨਾਲ ਪਰਮੇਸ਼ਵਰ ਦੇ ਵਿੱਚ ਮਜ਼ਬੂਤ ਹੋ ਕੇ ਚੱਲ ਰਹੇ ਹਾਂ। ਸਾਡੇ ਕੰਮ ਨੂੰ ਕੋਈ ਸਾਡੇ ਤੋਂ ਖੋ ਨਹੀਂ ਸਕਦਾ ਜੇ ਅਸੀਂ ਵਚਨ ਦੇ ਵਿੱਚ ਸਥਿਰ ਖਲੋਤੇ ਹਾਂ। ਸਾਡੇ ਜੀਵਨ ਦੇ ਵਿੱਚ ਕੋਈ ਹਾਨੀ ਪਹੁੰਚਾ ਨਹੀਂ ਸਕਦਾ ਜੇ ਅਸੀਂ ਉਹਦੇ ਵਚਨ ਵਿੱਚ ਖਲੋਤੇ ਹਾਂ, ਕਿਉਂਕਿ ਉਹ ਮੇਰੀ ਅਤੇ ਆਪ ਦੀ ਹਰ ਇੱਕ ਜ਼ਰੂਰਤ ਨੂੰ ਪੂਰਾ ਕਰਨ ਵਾਲਾ ਪ੍ਰੇਮੀ ਪਰਮੇਸ਼ਰ ਹੈ ਅਤੇ ਉਹ ਮੇਰੀ ਸਹਾਇਤਾ ਕਰਦਾ ਹੈ। ਉਹ ਹਾਜ਼ਰ ਹੈ ਅਤੇ ਉਹ ਚਾਹੁੰਦਾ ਹੈ ਕਿ ਜ਼ਰੂਰਤ ਦੇ ਸਮੇਂ ਉਸ ਦੇ ਲੋਕ ਉਸ ਤੋਂ ਸਹਾਇਤਾ ਲਈ ਉਸ ਨੂੰ ਪੁਕਾਰਨ ਅਤੇ ਉਸ ਨੂੰ ਬੁਲਾਉਣ, ਤਾਂ ਉਹ ਬੁਲਾਉਂਦਾ ਹੈ। ਕਿਵੇਂ? ਜਿਵੇਂ ਇਬਰਾਨੀਆਂ ਦੇ 4:16 ਦੇ ਵਿੱਚ ਮੈਂ ਪੜ੍ਹਦਾ ਹਾਂ। ਇਬਰਾਨੀਆਂ ਦੀ ਪੁਸਤਕ ਉਸ ਦਾ 4:16 ਦੇ ਵਿੱਚ ਪਰਮੇਸ਼ਰ ਦੀ ਆਵਾਜ਼ ਹੈ। ਮੈਂ ਆਪ ਦੇ ਲਈ ਪੜ੍ਹ ਰਿਹਾ ਹਾਂ। ਇੱਥੇ ਲਿਖਿਆ ਹੈ, ਇਸ ਲਈ ਆਓ ਅਸੀਂ ਕਿਰਪਾ ਦੇ ਸਿੰਘਾਸਨ ਅੱਗੇ ਦਲੇਰੀ ਨਾਲ ਚੱਲੀਏ, ਭਾਈ ਅਸੀਂ ਦਇਆ ਪ੍ਰਾਪਤ ਕਰੀਏ
ਅਤੇ ਉਹ ਕਿਰਪਾ ਪਾਈਏ ਜੋ ਵੇਲੇ ਸਿਰ ਸਾਡੀ ਸਹਾਇਤਾ ਕਰੇ। ਜੋ ਵੇਲੇ ਸਿਰ, ਠੀਕ ਐਨ ਵੇਲੇ ਸਿਰ ਸਾਡੀ ਸਹਾਇਤਾ ਕਰੇ। ਇਹ ਪਰਮੇਸ਼ਰ ਕਰ ਸਕਦਾ ਹੈ। ਇਹ ਪਰਮੇਸ਼ਰ ਹੈ ਜਿਹੜਾ ਵਿਸ਼ਵਾਸੀ ਦੇ ਜੀਵਨ ਦੇ ਵਿੱਚ ਉਹਦੀ ਪਨਾਹ ਬਣ ਕੇ ਉਹਦੀ ਮਦਦ ਕਰਦਾ ਹੈ। ਮੈਂ ਸਮਝਦਾ ਹਾਂ ਜਦੋਂ ਵੀ ਪਰਮੇਸ਼ਰ ਦੇ ਸ਼ਤਰੂਆਂ ਨੇ ਉਹਨੂੰ ਘੇਰਿਆ, ਜਦੋਂ ਵੀ ਪਰਮੇਸ਼ਰ ਦੇ ਲੋਕਾਂ ਦੇ ਉੱਤੇ ਮੁਸੀਬਤ ਆਈ, ਕਿਸ ਤਰ੍ਹਾਂ ਪਰਮੇਸ਼ਰ ਨੇ ਉਹਨਾਂ ਦਾ ਸਾਥ ਦਿੱਤਾ ਅਤੇ ਕਿਸ ਤਰ੍ਹਾਂ ਉਹਨਾਂ ਦੀ ਮਦਦ ਕੀਤੀ ਹੈ। ਮੈਂ ਸਭ ਤੋਂ ਪਹਿਲਾਂ ਦੇਖਦਾ ਹਾਂ ਯਹੋਸ਼ਾਪਾਤ, ਕਿਸ ਤਰ੍ਹਾਂ ਅਮੋਨੀਆ ਨੇ ਚਾਰੋਂ ਪਾਸੇ ਉਹਨੂੰ ਘੇਰਾ ਪਾ ਲਿਆ ਅਤੇ ਇਸਰਾਇਲੀ ਥੋੜੇ ਸੀ। ਤਦ ਉਹ ਪਰਮੇਸ਼ਰ ਦੇ ਮੰਦਰ ਵਿੱਚ ਗਏ ਅਤੇ ਪਰਮੇਸ਼ਰ ਦੇ ਮੰਦਰ ਦੇ ਵਿੱਚ ਜਾ ਕੇ ਉਹਨਾਂ ਨੇ ਪ੍ਰਾਰਥਨਾ ਕੀਤੀ ਅਤੇ ਪਰਮੇਸ਼ਰ ਨੂੰ ਪੁਕਾਰਿਆ। ਔਰ ਪਰਮੇਸ਼ਰ ਨੇ ਯਹੋਸ਼ਾਪਾਤ ਨੂੰ ਕੀ ਕਿਹਾ? ਨਾ ਡਰ, ਨਾ ਘਬਰ, ਇਹ ਯੁੱਧ ਤੇਰਾ ਨਹੀਂ ਮੇਰਾ ਹੈ। ਵਿਸ਼ਵਾਸੀ ਦਾ ਯੁੱਧ ਪਰਮੇਸ਼ਰ ਲੜਦਾ ਹੈ। ਵਿਸ਼ਵਾਸੀ ਦੇ ਜੀਵਨ ਦੇ ਵਿੱਚ ਪਰਮੇਸ਼ਰ ਅੱਗੇ ਅੱਗੇ ਹੋ ਕੇ ਉਸ ਦੀ ਮਦਦ ਕਰਦਾ ਹੈ। ਇਸੇ ਕਰਕੇ ਤਾਂ ਰੋਮੀਆਂ 8:31 ਦੇ ਵਿੱਚ ਲਿਖਿਆ ਹੈ, ਜੇ ਯਹੋਵਾ, ਜੇ ਪਰਮੇਸ਼ਰ ਸਾਡੀ ਵੱਲ ਹੈ ਤਾਂ ਸਾਡਾ ਵਿਰੋਧੀ ਕੌਣ ਹੋ ਸਕਦਾ ਹੈ। ਇਹਦਾ ਮਤਲਬ ਯਹੋਸ਼ਾਪਾਤ ਨੂੰ ਇਹ ਇੱਕ ਪਰਮੇਸ਼ਰ ਨੇ ਆਸ਼ਵਾਸਨ ਦਿੱਤਾ। ਦੂਸਰਾ, ਨਵੇਂ ਨਿਯਮ ਦੇ ਵਿੱਚ ਦੇਖਦੇ ਹਾਂ, ਜਦੋਂ ਪਤਰਸ ਤੇ ਯਹੋਨਾ ਨੂੰ ਫੜ ਕੇ ਫਰੀਸੀਆਂ ਅਤੇ ਸਦੂਕਿਆਂ ਵੱਲੋਂ ਝਿੜਕਿਆ ਗਿਆ ਕਿ ਤੁਸੀਂ ਇਸ ਨਾਮ ਦਾ ਪ੍ਰਚਾਰ ਨਹੀਂ ਕਰਨਾ, ਤਦ ਉਹ ਕਲੀਸਿਆ ਦੇ ਵਿੱਚ ਗਏ। ਕਲੀਸਿਆ ਨੇ ਸਾਰੇ ਮਿਲ ਕੇ ਪ੍ਰਾਰਥਨਾ ਕੀਤੀ ਤਾਂ ਲਿਖਿਆ ਹੈ ਉਹ ਜਗ੍ਹਾ ਹਿੱਲ ਗਈ ਅਤੇ ਹੋਰ ਵੀ ਦਲੇਰੀ ਦੇ ਨਾਲ ਪਰਮੇਸ਼ਰ ਦਾ ਕੰਮ ਕਰਨ ਲੱਗੇ। ਮੇਰੇ ਪਿਆਰੇ ਅਜ਼ੀਜ਼, ਮੁਸੀਬਤਾਂ ਆਉਣੀਆਂ ਹੈ, ਦੁੱਖ ਆਉਣੇ ਆ, ਕਸ਼ਟ ਆਉਣੇ ਆ, ਪਰ ਜਦੋਂ ਅਸੀਂ ਪਰਮੇਸ਼ਰ ਦੇ ਵਿੱਚ ਵਚਨ ਦੇ ਵਿੱਚ ਖਲੋਤੇ ਹਾਂ, ਪਰਮੇਸ਼ਰ ਦੇ ਵਚਨ ਦੇ ਵਿੱਚ ਖਲੋ ਕੇ ਅਸੀਂ ਇਸ ਮੁਸੀਬਤ ਦਾ ਸਾਹਮਣਾ ਕਰਦੇ ਹਾਂ ਤਾਂ ਪਰਮੇਸ਼ਰ ਸਾਡੀ ਮਦਦ ਕਰਦਾ ਹੈ। ਪਰਮੇਸ਼ਰ ਸਾਨੂੰ ਕਦੇ ਛੱਡਦਾ ਨਹੀਂ। ਮੈਂ ਦੂਸਰੀ ਗੱਲ, ਆਪ ਨੂੰ ਕਿਸ ਤਰ੍ਹਾਂ ਮੁਸੀਬਤਾਂ ਦੇ ਵਿੱਚ ਅਸੀਂ ਵਚਨ ਦੇ ਨਾਲ ਖਲੋ ਸਕਦੇ ਹਾਂ, ਮੈਂ ਆਪ ਨੂੰ ਦੂਸਰਾ ਤਿਮੋਥੀਅਸ ਉਸ ਦਾ 3 ਅਧਿਆਇ 10 ਤੋਂ 15 ਆਇਤਾਂ ਨੂੰ ਪੜ੍ਹਨਾ ਚਾਹੁੰਦਾ ਹਾਂ। ਦੂਸਰਾ ਤਿਮੋਥੀਅਸ 3 ਅਧਿਆਇ ਉਸ ਦੀ 10 ਤੇ 15 ਆਇਤਾਂ ਦੇ ਵਿੱਚ ਇਸ ਤਰ੍ਹਾਂ ਲਿਖਿਆ, ਪਰ ਤੈ ਮੇਰੀ ਸਿੱਖਿਆ, ਚਾਲ ਚਲਨ, ਮਨਸ਼ਾ, ਨਿਚਾ, ਧੀਰਜ, ਪ੍ਰੇਮ, ਸਬਰ, ਸਤਾਏ ਜਾਣ ਅਤੇ ਦੁੱਖ ਸਹਿਣ ਨੂੰ ਚੰਗੀ ਤਰ੍ਹਾਂ ਜਾਣਿਆ। ਅਰਥਾਤ ਜੋ ਕੁਝ ਅਤਾਕਿਆ ਤੇ ਇਕਨੋਮੀਆਂ ਦੇ ਅਤੇ ਲੁਸਤਰਾ ਦੇ ਵਿੱਚ ਮੇਰੇ ਉੱਤੇ ਪਿਆ ਸੀ ਅਤੇ ਮੈਂ ਕਿਸ ਤਰ੍ਹਾਂ ਸਤਾਇਆ ਗਿਆ ਅਤੇ ਪ੍ਰਭੂ ਨੇ ਮੈਨੂੰ ਉਹਨਾਂ ਸਭਨਾਂ ਤੋਂ ਛੁਡਾਇਆ। ਹਾਂ, ਸਭੇ ਜਿਨੇ ਮਸੀਹ ਯਸੂ ਵਿੱਚ ਭਗਤੀ ਨਾਲ ਉਮਰ ਕੱਟਣੀ ਚਾਹੁੰਦੇ ਹਨ ਸੋ ਸਤਾਏ ਜਾਣਗੇ। ਪਰ ਦੁਸ਼ਟ ਮਨੁੱਖ ਅਤੇ ਛਲੀਏ ਧੋਖਾ ਦਿੰਦੇ ਅਤੇ ਧੋਖਾ ਖਾਂਦੇ ਅਤੇ ਬੁਰੇ ਤੋਂ ਬੁਰੇ ਹੁੰਦੇ ਜਾਣਗੇ। ਪਰ ਤੂੰ ਉਹਨਾਂ ਗੱਲਾਂ ਉੱਤੇ ਜਿਹੜੀਆਂ ਤੈਂ ਸਿੱਖੀਆਂ ਅਤੇ ਸੱਚ ਮੰਨੀਆਂ ਟਿਕਿਆ ਰਹੀਂ, ਕਿਉਂ ਜੋ ਤੂੰ ਜਾਣਦਾ ਹੈ ਭਾਈ ਕਿਹੜਾ ਕੋਲ ਸਿੱਖੀਆਂ ਹਨ ਅਤੇ ਇਹ ਜੋ ਤੂੰ ਬਾਲ ਅਵਸਥਾ ਤੋਂ ਪਵਿੱਤਰ ਲਿਖਤਾਂ ਦਾ ਮਹਿਰਮ ਹੈ, ਜਿਹੜੀਆਂ ਉਸ ਨੇਚਾ ਦੇ ਰਾਹੀਂ ਜੋ ਯਸੂ ਮਸੀਹ ਉੱਤੇ ਹੈ ਤੈਨੂੰ ਮੁਕਤੀ ਦਾ ਗਿਆਨ ਦੇ ਸਕਦੀਆਂ ਹਨ। ਪੌਲਸ ਰਸੂਲ ਤਿਮੋਥੀਅਸ ਦੀ ਪੁਸਤਕ ਦੇ ਵਿੱਚ ਤਿਮੋਥੀਅਸ ਨੂੰ ਸਿਖਾ ਰਿਹਾ ਹੈ, ਤਿਮੋਥੀਅਸ ਨੂੰ ਦੱਸ ਰਿਹਾ ਹੈ, ਪਰ ਤੈ ਮੇਰੀ ਸਿੱਖਿਆ, ਚਾਲ ਚਲਨ, ਮਨਸ਼ਾ, ਨਿਚਾ, ਧੀਰਜ, ਪ੍ਰੇਮ, ਸਬਰ ਅਤੇ ਸਤਾਏ ਜਾਣ ਅਤੇ ਦੁੱਖ ਸਹਿਣ ਨੂੰ ਚੰਗੀ ਤਰ੍ਹਾਂ ਜਾਣਿਆ। ਚੰਗੀ ਤਰ੍ਹਾਂ, ਇਹਦਾ ਮਤਲਬ ਪੌਲਸ ਦੇ ਨਾਲ ਨਾਲ ਤਿਮੋਥੀਅਸ ਰਿਹਾ। ਪੌਲਸ ਦੀ ਜਰਨੀ ਪਹਿਲੀ, ਦੂਸਰੀ ਅਤੇ ਤੀਸਰੀ ਉਹਨੂੰ ਪੜ੍ਹੋ ਤਾਂ ਅਸੀਂ ਇਹ ਜਾਣਦੇ ਹਾਂ ਕਿ ਪੌਲਸ ਦੇ ਜੀਵਨ ਦੇ ਵਿੱਚ ਮੁਸੀਬਤਾਂ, ਦੁੱਖ, ਕਸ਼ਟ, ਕਲੇਸ਼ ਸਭ ਕੁਝ ਸੀ।
ਪਰ ਉਹ ਸਭ ਦੇ ਵਿੱਚ ਪਰਮੇਸ਼ਰ ਉਸ ਦੇ ਨਾਲ। ਉਹਨੇ ਪਰਮੇਸ਼ਰ ਨੂੰ ਇੱਕ ਪਲ ਨਹੀਂ ਕਿਹਾ ਤੈਂ ਇੰਨੇ ਦੁੱਖ ਮੇਰੇ ਜੀਵਨ 'ਚ ਘੱਲ ਦਿੱਤੇ, ਤੈਂ ਇੰਨੀਆਂ ਮੁਸੀਬਤਾਂ ਮੇਰੇ ਜੀਵਨ 'ਚ ਘੱਲ ਦਿੱਤੀਆਂ, ਤੈਂ ਇੰਨੇ ਬੈਰੀ ਮੇਰੇ ਜੀਵਨ ਦੇ ਵਿੱਚ ਖੜੇ ਕਰਤੇ। ਨਥਿੰਗ ਐਲਸ। ਉਹ ਇਹ ਨਹੀਂ ਸੀ ਸੋਚਦਾ। ਉਸ ਨੂੰ ਇਹ ਪਤਾ ਸੀ ਕਿ ਜਦੋਂ ਅਸੀਂ ਪ੍ਰਭੂ ਯਿਸੂ ਮਸੀਹ ਦੇ ਸੱਤ ਨੂੰ ਲੈ ਕੇ ਚੱਲਣਾ ਹੈ ਤਾਂ ਇਹ ਸੰਸਾਰ ਮੇਰਾ ਵਿਰੋਧੀ ਹੈ, ਪਰ ਇਸ ਸੰਸਾਰ ਨੂੰ ਅਸੀਂ ਉਸ ਵਚਨ ਦੇ ਨਾਲ ਜਿੱਤਣਾ ਵੀ ਹੈ। ਇਹ ਵੀ ਪੌਲਸ ਜਾਣਦਾ ਸੀ। ਇਹ ਸਭ ਗੱਲਾਂ ਪੌਲਸ ਤਿਮੋਥੀਅਸ ਨੂੰ ਦੱਸ ਰਿਹਾ ਹੈ, ਉਸ ਨੂੰ ਸਿਖਾ ਰਿਹਾ ਹੈ। ਔਰ ਉਸ ਨੂੰ ਕੀ ਦੱਸਿਆ ਹੈ? ਤੈਂ ਮੇਰੀ ਸਿੱਖਿਆ। ਸਭ ਤੋਂ ਵੱਡੀ ਗੱਲ ਹੈ ਸਿੱਖਿਆ। ਜੇ ਅਸੀਂ ਪਰਮੇਸ਼ਰ ਦੇ ਵਚਨ ਦੀ ਸਿੱਖਿਆ, ਕਲੀਸਿਆ ਦੇ ਵਿੱਚ 4 ਪਾਰਟ ਹੈ, 4 ਭਾਗ ਹੈ ਜਿਨ੍ਹਾਂ ਦੇ ਵਿੱਚ ਸਿੱਖਿਆ। ਪਹਿਲੀ ਗੱਲ ਬਾਈਬਲ ਅਧਿਐਨ। ਸਾਡੇ ਵਿੱਚ ਬਾਈਬਲ ਅਧਿਐਨ ਸਾਡੇ ਪੈਰਾਂ ਨੂੰ, ਸਾਡੇ ਜੀਵਨ ਨੂੰ ਸਥਿਰ ਕਰਦਾ ਹੈ। ਸਾਡੇ ਜੀਵਨ ਦੇ ਵਿੱਚ ਪਰਮੇਸ਼ਰ ਦੀ ਕੀ ਇੱਛਾ ਹੈ ਉਸ ਨੂੰ ਪ੍ਰਗਟ ਕਰਦਾ ਹੈ। ਇਹ ਵਚਨ ਦਾ ਅਧਿਐਨ ਜ਼ਰੂਰੀ ਹੈ। ਜਦ ਤੱਕ ਅਸੀਂ ਪਰਮੇਸ਼ਰ ਦੇ ਵਚਨ ਦਾ ਸਹੀ, ਔਰ ਮੈਂ ਇਹ ਦੇਖਦਾ ਹਾਂ ਬਹੁਤ ਘੱਟ ਕਲੀਸਿਆਵਾਂ ਇੱਥੇ ਪੰਜਾਬ ਦੇ ਵਿੱਚ ਹਨ ਜਿਨ੍ਹਾਂ ਦੇ ਵਿੱਚ ਸਿੱਖਿਆ ਦਿੱਤੀ ਜਾਂਦੀ ਹੈ, ਸਿਖਾਇਆ ਜਾਂਦਾ ਹੈ ਕਿ ਪਰਮੇਸ਼ਰ ਦਾ ਵਚਨ ਇਸ ਤਰ੍ਹਾਂ ਹੈ। ਪਰਮੇਸ਼ਰ ਦਾ ਵਚਨ, ਉਹ ਲੋਕ ਆਪਣੇ ਬੜੇ ਬੜੇ ਪੰਡਾਲ ਕਰਦੇ ਆ ਅਤੇ ਆਮ ਇੱਕ ਵਚਨ ਦੇ ਵਿੱਚੋਂ ਲੈ ਪ੍ਰੋਪਰ ਵੇ ਦੇ ਨਾਲ, ਸਿਸਟਮੈਟਿਕ ਤਰੀਕੇ ਦੇ ਨਾਲ ਅਸੀਂ ਵਚਨ ਨਹੀਂ ਦਿੰਦੇ ਹਾਂ। ਬਾਈਬਲ ਦੇ ਵਿੱਚ ਕਈ ਆਪਣਾ ਵਿਅਕਤੀਆਂ ਨੂੰ ਮੈਂ ਪਿੱਛੇ ਵੀ ਦੇਖਿਆ ਸੀ ਕਿ ਉਹਨਾਂ ਨੂੰ ਕਿਹਾ ਸੀ ਕਿ ਤੁਸੀਂ ਵਚਨ ਨੂੰ ਪੜ੍ਹਨਾ ਹੈ। ਉਹ ਕਹਿੰਦੇ ਹਾਂਜੀ ਭਾਜੀ ਅਸੀਂ ਪੜ੍ਹਦੇ ਹਾਂ। ਮੈਂ ਕਿਹਾ ਕਿਵੇਂ ਪੜ੍ਹਦੇ ਹੋ? ਉਹ ਕਹਿੰਦੇ ਅਸੀਂ ਆਹ ਬਾਈਬਲ ਹੈਗੀ ਆ, ਜਿੱਦਾਂ ਸਾਨੂੰ ਆਪਣਾ ਇੱਥੋਂ ਕੋਈ ਆਪਣਾ ਮਿਲ ਜਾਏ ਉੱਥੇ। ਕਈ ਤਾਂ ਇਹ ਕਹਿੰਦੇ ਅਸੀਂ ਜ਼ਬੂਰ ਹੀ ਪੜ੍ਹਦੇ ਹਾਂ। ਸਿਖਾਇਆ ਹੀ ਨਹੀਂ ਗਿਆ ਹੈ ਕਿ ਬਾਈਬਲ ਨੂੰ ਪੜ੍ਹਨਾ ਕਿੱਦਾਂ ਹੈ। ਬਾਈਬਲ ਮੇਰੇ ਲਈ ਉਹ ਸ਼ਾਸਤਰ ਹੈ ਜਿਹੜਾ ਹਰ ਇੱਕ ਗੱਲ ਦੇ ਵਿੱਚ ਮੈਨੂੰ ਲੜਨ ਦੇ ਲਈ ਮੇਰੀ ਮਦਦ ਕਰਦਾ ਹੈ। ਪਰ ਇਸ ਸ਼ਾਸਤਰ ਨੂੰ ਚਲਾਉਣਾ ਵੀ ਆਉਣਾ ਚਾਹੀਦਾ ਹੈ। ਇਸ ਸ਼ਾਸਤਰ ਨੂੰ ਖੋਲ੍ਹਣਾ ਵੀ ਆਉਣਾ ਚਾਹੀਦਾ ਹੈ। ਇਸ ਸ਼ਾਸਤਰ ਨੂੰ ਮੈਨੂੰ ਸਮਝਣਾ ਵੀ ਆਉਣਾ ਚਾਹੀਦਾ ਹੈ। ਇਹ ਕਿੱਦਾਂ ਹੋਵੇਗਾ? ਜਦ ਤੱਕ ਅਸੀਂ ਵਚਨ ਦੇ ਅਧਿਐਨ ਦੀ ਕਲਾਸ ਆਪਣੇ ਜੀਵਨ ਦੇ ਵਿੱਚ ਨਹੀਂ ਲਾਉਂਦੇ। ਅਸੀਂ ਇੰਪੋਰਟੈਂਟ ਨਹੀਂ ਸਮਝਦੇ ਹਾਂ। ਅਸੀਂ ਕਹਿੰਦੇ ਹਾਂ ਸਾਨੂੰ ਜ਼ਿਆਦਾਤਰ ਲੋਕ ਕੀ ਕਰਦੇ ਆ, ਜ਼ਿਆਦਾਤਰ ਪ੍ਰਚਾਰਕ ਕੀ ਕਰਦੇ ਆ, ਉਹਨਾਂ ਦੀ ਆਸਥਾ ਦੇ ਨਾਲ ਖੇਡਦੇ ਆ। ਉਹਨਾਂ ਨੂੰ ਦੇਹਿਕ ਗੱਲਾਂ ਦੇ ਨਾਲ, ਦੇਹਿਕ ਜ਼ਰੂਰਤਾਂ ਦੇ ਨਾਲ, ਦੇਹਿਕ ਆਪਣਾ ਚੀਜ਼ਾਂ ਦੇ ਨਾਲ, ਹਾਂ ਮੈਨੂੰ ਘਰ ਮਿਲ ਗਿਆ, ਮੈਨੂੰ ਨੌਕਰੀ ਮਿਲ ਗਈ, ਮੇਰੇ ਜੀਵਨ ਦੇ ਵਿੱਚ ਹਰ ਇੱਕ ਨੀਡ ਪੂਰੀ ਹੋ ਗਈ, ਮੇਰਾ ਵਿਆਹ ਹੋ ਗਿਆ, ਮੇਰਾ ਸਾਰਾ ਕੁਝ ਹੋ ਗਿਆ। ਇਹ ਚੀਜ਼ਾਂ ਦੇ ਮਗਰ ਲਾ ਕੇ ਰੱਖਿਆ ਹੈ। ਵਟ ਪਰਮੇਸ਼ਰ ਕੀ ਚਾਹੁੰਦਾ ਹੈ, ਪਰਮੇਸ਼ਰ ਦਾ ਡਿਜ਼ਾਇਰ ਕੀ ਹੈ, ਪਰਮੇਸ਼ਰ ਸਾਡੇ ਜੀਵਨ ਦੇ ਵਿੱਚ ਕਿਸ ਤਰ੍ਹਾਂ ਕੰਮ ਕਰਨਾ ਚਾਹੁੰਦਾ, ਨਥਿੰਗ ਐਲਸ। ਇਹ ਨਹੀਂ ਸਿਖਾਇਆ ਜਾਂਦਾ। ਹਾਂ ਅਸੀਂ ਦਾਨ ਕਿੱਦਾਂ ਦੇਣਾ ਹੈ ਇਹ ਸਿਖਾਇਆ ਜਾਂਦਾ। ਦਾਨ ਕਦੋਂ ਕਦੋਂ ਦੇਣਾ ਇਹ ਸਿਖਾਇਆ ਜਾਂਦਾ। ਪਰ ਬਾਈਬਲ ਦੀ ਜੋ ਬੇਸਿਕ ਜਿਹੜਾ ਆਧਾਰ ਦੀ ਸਿੱਖਿਆ ਹੈ ਉਹ ਅਸੀਂ ਦੇ ਨਹੀਂ ਰਹੇ। ਮੈਂ ਆਪਣੇ ਕਲੀਸਿਆ ਦੇ ਵਿੱਚ ਇੱਕ ਗੱਲ ਕਹਿੰਦਾ ਹਰ ਇੱਕ ਨੂੰ, ਪਰਸਨਲ ਰੀਤੀ ਦੇ ਨਾਲ ਉਤਪਤ ਤੋਂ ਲੈ ਕੇ ਪ੍ਰਕਾਸ਼ਿਤ ਵਾਕਿਆ ਤੱਕ ਲੜੀਵਾਰ ਤਰੀਕੇ ਦੇ ਨਾਲ ਬਾਈਬਲ ਨੂੰ ਪੜ੍ਹਨਾ ਹੈ। ਬੱਚਾ ਛੋਟਾ ਹੈ ਜੰਮਿਆ ਹੋਇਆ ਤਾਂ ਉਹ ਸਿੱਧਾ ਬੜਾ ਨਹੀਂ ਹੋ ਜਾਂਦਾ ਹੈ। ਉਸ ਨੂੰ ਹੌਲੀ 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 ਵਧਣਾ ਹੈ। ਮੈਂ ਨਹੀਂ ਕਹਿੰਦਾ ਕਿ ਚਮਤਕਾਰ ਨਹੀਂ ਹੈ, ਚਮਤਕਾਰ ਹੈ, ਪਰ ਵਚਨ ਦੇ ਨਾਲ ਹੈ, ਕਿਉਂਕਿ ਵਚਨ ਪਰਮੇਸ਼ਰ ਹੈ ਔਰ ਪਰਮੇਸ਼ਰ ਹੀ ਚਮਤਕਾਰ ਕਰਦਾ ਹੈ। ਮੈਂ ਕਹਾ ਮੈਂ ਕਰ ਲਵਾਂ, ਨਥਿੰਗ ਐਲਸ। ਮੈਂ ਕੁਝ ਨਹੀਂ ਕਰ ਸਕਦਾ, ਪਰ ਪਰਮੇਸ਼ਰ ਦਾ ਵਚਨ। ਇਸੇ ਕਰਕੇ ਇੱਥੇ ਪੌਲਸ ਦਾ ਰਸੂਲ ਤਿਮੋਥੀਅਸ ਨੂੰ ਕਹਿੰਦਾ ਹੈ ਕਿ ਪਰ ਤੈਂ ਮੇਰੀ ਸਿੱਖਿਆ। ਇਹ ਸਿੱਖਿਆ ਕਦੇ ਸਾਨੂੰ ਅਡੋਲ ਨਹੀਂ ਹੋਣ ਦਿੰਦੀ। ਇਹ ਸਿੱਖਿਆ ਕਦੇ ਸਾਨੂੰ ਡੋਲਣ ਨਹੀਂ ਦਿੰਦੀ। ਇਹ ਸਿੱਖਿਆ ਕਦੇ ਸਾਡੇ ਜੀਵਨ ਦੇ ਵਿੱਚ ਸਾਨੂੰ ਬੁਰਾਈ ਦੇ ਵਿੱਚ ਨਹੀਂ ਧੱਕਦੀ। ਇਹ ਸਿੱਖਿਆ ਸਾਨੂੰ ਪਰਮੇਸ਼ਰ ਦੇ ਨੇੜੇ ਲੈ ਕੇ ਜਾਂਦੀ। ਇਹ ਸਿੱਖਿਆ ਸਾਨੂੰ ਪਰਮੇਸ਼ਰ ਦੀ ਆਵਾਜ਼, ਧੀਮੀ ਆਵਾਜ਼ ਸੁਣਨ ਦੇ ਲਈ ਮੇਰੀ ਮਦਦ ਕਰਦੀ ਹੈ। ਮੈਂ ਜਦੋਂ ਪਹਿਲਾ ਰਾਜਾ ਉਹਦੀ 19 ਅਧਿਆਏ ਨੂੰ ਪੜ੍ਹ ਰਿਹਾ ਸਾਂ
ਤਾਂ ਉਸ ਵਿੱਚ ਮੈਂ ਕੁਝ ਕਾਮਨ ਗੱਲਾਂ ਆਪ ਨੂੰ ਦੱਸਦਾ ਹਾਂ ਜਿਹੜੀਆਂ ਇੰਪੋਰਟੈਂਟ ਹੈ। ਪਹਿਲਾ ਰਾਜਾ ਉਸ ਦਾ 19 ਅਧਿਆਏ ਮੈਂ ਆਪ ਦੇ ਸਮਕਸ਼ ਉਹਦੇ ਵਿੱਚ ਕੁਝ ਗੱਲਾਂ ਆਪ ਨੂੰ ਦੱਸਾਂਗਾ। ਜਦੋਂ ਏਲੀਆ ਕਰਮਲ ਪਰਬਤ ਦੇ ਉੱਤੇ ਪਰਮੇਸ਼ਵਰ ਦੀ ਸੱਚੀ ਆਰਾਧਨਾ ਨੂੰ ਇਸਰਾਈਲੀਆਂ ਦੇ ਵਿੱਚ ਪ੍ਰਗਟ ਕਰਦਾ, ਉਹਨਾਂ ਦੀ ਆਰਾਧਨਾ ਨਾਸ਼ਵਾਨ ਆਰਾਧਨਾ ਸੀ। ਉਹਨਾਂ ਦਾ ਪਰਮੇਸ਼ਰ ਗੱਲ ਨਹੀਂ ਸੀ ਕਰਦਾ, ਉਹਨਾਂ ਦਾ ਪਰਮੇਸ਼ਰ ਉਹਨਾਂ ਦੀ ਸੁਣਦਾ ਨਹੀਂ ਸੀ, ਉਹਨਾਂ ਦਾ ਪਰਮੇਸ਼ਰ ਉਹਨਾਂ ਵੱਲ ਦੇਖਦਾ ਨਹੀਂ। ਪਰ ਏਲੀਆ ਨਬੀ ਨੇ ਉਹ ਕੰਮ ਉੱਥੇ ਕੀਤਾ ਜਿਸ ਦੇ ਨਾਲ ਪਰਮੇਸ਼ਰ ਦੀ ਅੱਗ ਨੇ ਉਸ ਭੇਂਟ ਨੂੰ ਸਵੀਕਾਰ ਕੀਤਾ ਅਤੇ ਉੱਥੇ 450 ਨਬੀ ਵਾਲ ਦੇ ਮਾਰੇ ਗਏ। ਉਹਦੇ ਮਰਨ ਤੋਂ ਬਾਅਦ ਏਲੀਆ ਨੂੰ ਇਹ ਪਤਾ ਲੱਗਾ ਕਿ ਐਲਿਜ਼ਬeth ਨੇ ਸਾਰੇ ਨਬੀਆਂ ਨੂੰ ਮਾਰਨ ਦਾ ਐਲਾਨ ਕਰ ਦਿੱਤਾ। ਤਾਂ ਭੱਜ ਕੇ ਹਰੇ ਪਰਬਤ ਦੇ ਉੱਤੇ, ਇਹ ਖਰਵੇ ਪਰਬਤ ਦੇ ਕੋਲ ਨੂੰ ਚਲਾ ਗਿਆ ਔਰ ਇੱਕ ਜੰਗਲ ਦੇ ਵਿੱਚ ਜਾ ਕੇ ਦਰਖਤ ਦੇ ਹੇਠਾਂ ਸੌ ਗਿਆ ਔਰ ਭੁੱਖਾ ਧਿਆਇਆ ਅਤੇ ਪਾਉਣਾ ਸੀ। ਉਸ ਨੂੰ ਐ ਲੱਗ ਰਿਹਾ ਸੀ ਕਿ ਮੇਰੇ ਉੱਤੇ ਹੁਣ ਮੁਸੀਬਤ, ਹੁਣ ਮੈਂ ਖਤਮ ਹੋ ਜਾ, ਮੈਂ ਇਕੱਲਾ ਹੀ ਨਬੀ ਰਹਿ ਗਿਆ। ਤਦ ਪਰਮੇਸ਼ਰ ਦੇ ਦੂਤ ਨੇ ਸਭ ਤੋਂ ਪਹਿਲਾਂ ਉਹਦੀ ਜਿਹੜੀ ਨੀਡ ਭੋਜਨ ਸੀ ਅਤੇ ਜਲ ਸੀ ਉਹਨੂੰ ਪੂਰਾ ਕੀਤਾ, ਉਹਨੂੰ ਖਾਇਆ ਅਤੇ ਉਹਨੂੰ ਬਲ ਆਇਆ। ਜੰਗਲ ਦੇ ਵਿੱਚ ਵੀ ਜੰਗਲ ਕਿਸ ਚੀਜ਼ ਨੂੰ ਦੱਸਦਾ, ਉਜਾੜ ਕਿਸ ਚੀਜ਼ ਨੂੰ ਦੱਸਦਾ ਹੈ? ਮੁਸੀਬਤਾਂ ਹੀ ਮੁਸੀਬਤਾਂ, ਝਗੜੇ ਹੀ ਝਗੜੇ, ਲੜਾਈਆਂ ਹੀ ਲੜਾਈਆਂ। ਪਰ ਉਸ ਹਾਲਾਤ ਦੇ ਵਿੱਚ ਵੀ ਪਰਮੇਸ਼ਵਰ ਦਾ ਦੂਤ ਵਿਸ਼ਵਾਸੀਆਂ ਨੂੰ ਉਹਨਾਂ ਦੀ ਨੀਡ ਪੂਰੀ ਕਰਨ ਦੇ ਲਈ ਉੱਥੇ ਪਹੁੰਚਦਾ ਹੈ ਪਰਮੇਸ਼ਵਰ ਦੇ ਫਰਮਾਨ ਦੇ ਨਾਲ। ਪਿਆਰੋ, ਅਸੀਂ ਮਾੜੇ ਮੋਟੇ ਬੰਦੇ ਨਹੀਂ ਆ, ਅਸੀਂ ਕੋਈ ਆਮ ਵਿਅਕਤੀ ਨਹੀਂ ਆ। ਪਰਮੇਸ਼ਵਰ ਦੇ ਵਚਨ ਦੇ ਵਿੱਚ ਪ੍ਰਭੂ ਯਿਸੂ ਮਸੀਹ ਨੇ ਕਿਹਾ, ਤੁਸੀਂ ਉਹਨਾਂ ਆਕਾਸ਼ ਦੇ ਪੰਛੀਆਂ ਤੋਂ ਵੀ, ਇਸ ਸੰਸਾਰ ਤੋਂ ਵੀ, ਕਿਤੇ ਸਵਰਗਦੂਤਾਂ ਤੋਂ ਵੀ ਕਿਤੇ ਬਹੁਮੁੱਲੇ ਹੋ। ਅਸੀਂ ਕੋਈ ਮਾੜੇ ਵਿਅਕਤੀ ਨਹੀਂ ਆ, ਅਸੀਂ ਪਰਮੇਸ਼ਵਰ ਦੀ ਨਜ਼ਰ 'ਚ ਬਹੁਮੁੱਲੇ ਆ। ਤਾਂ ਇਹ ਮੁਸੀਬਤਾਂ ਸਾਡੇ ਜੀਵਨ 'ਚ ਕੁਝ ਵੀ ਨਹੀਂ, ਪਰਮੇਸ਼ਵਰ ਇਹਨਾਂ ਮੁਸੀਬਤਾਂ ਦੇ ਵਿੱਚ ਸਾਡੇ ਨਾਲ ਹੁੰਦਾ ਹੈ। 3.5 ਸਾਲ ਅਕਾਲ ਪਿਆ। ਪਰਮੇਸ਼ਰ ਨੇ ਏਲੀਆ ਦੇ ਲਈ ਰੋਟੀ ਅਤੇ ਪਾਣੀ ਦਾ ਅਤੇ ਸਭ ਕਾਸੇ ਦਾ ਇੰਤਜ਼ਾਮ ਕੀਤਾ। ਪਰਮੇਸ਼ਰ ਸਾਨੂੰ ਕਦੇ ਵੀ ਨਿਰਾਸ਼ ਨਹੀਂ ਰਹਿਣ ਦਿੰਦਾ ਹੈ, ਸਾਡੀ ਮਦਦ ਕਰਦਾ। ਬਸ਼ਰਤ ਹੈ ਕਿ ਅਸੀਂ ਉਹਦੇ ਵਚਨ ਦੇ ਉੱਤੇ ਖਲੋਤੇ ਰਹੀਏ। ਇੱਥੇ ਪਹਿਲੀ ਗੱਲ ਸਿੱਖਿਆ ਦੇਖਦੇ ਹਾਂ। ਦੂਸਰੀ ਗੱਲ ਦੇਖਦੇ ਚਾਲ ਚਲਨ। ਇਹ ਬੜਾ ਇੰਪੋਰਟੈਂਟ ਹੈ। ਜਦੋਂ ਮੈਂ ਇਸ ਨੂੰ ਪਹਿਲਾ ਪਤਰਸ ਉਸ ਦੀ 15 ਆਇਤ 1 ਦੀ 15 ਦੇਖਦਾ ਹਾਂ ਤਾਂ ਉਸ ਦੇ ਵਿੱਚ ਪਰਮੇਸ਼ਰ ਕੀ ਕਹਿੰਦਾ ਹੈ ਪਤਰਸ ਨੂੰ। ਮੈਂ ਆਪ ਦੇ ਲਈ ਪੜ੍ਹ ਰਿਹਾ ਹਾਂ। ਇੱਥੇ ਲਿਖਿਆ ਹੈ 15 ਦੇ ਵਿੱਚ, ਕਹਿੰਦਾ ਸਗੋਂ ਜਿਵੇਂ ਤੁਹਾਡਾ ਸੱਦਣ ਵਾਲਾ ਪਵਿੱਤਰ ਹੈ, ਤੁਸੀਂ ਆਪ ਵੀ ਤਿਵੇਂ ਹੀ ਆਪਣੀ ਸਾਰੀ ਚਾਲ ਚਲਣ ਵਿੱਚ ਪਵਿੱਤਰ ਬਣੋ। ਸਾਰੀ ਚਾਲ ਚੱਲਣ ਵਿੱਚ ਵਿਸ਼ਵਾਸੀ ਦਾ ਜੀਵਨ ਕਿੱਦਾਂ ਹੋਣਾ ਚਾਹੀਦਾ? ਸਾਦਾ, ਸਧਾਰਨ। ਤੇ ਅਸੀਂ ਤਾਂ ਬੜੇ ਚਮਕ ਡਮਕ ਨਾਲ ਚੱਲਦੇ ਹਾਂ। ਅਸੀਂ ਕਹਿੰਦੇ ਹਾਂ ਮੇਰੇ ਉੱਤੇ ਕਿੱਦਾਂ ਫੱਬਦਾ ਕਿ ਨਹੀਂ ਫੱਬਦਾ, ਮੈਂ ਇਹ ਚੀਜ਼ ਕਰਾਂ ਜਾਂ ਨਹੀਂ ਕਰਾਂ। ਵਿਸ਼ਵਾਸੀ ਨੂੰ ਸੰਸਾਰਿਕ ਵਸਤਾਂ, ਸੰਸਾਰਿਕ ਗੱਲਾਂ ਅਤੇ ਸੰਸਾਰਿਕ ਚੀਜ਼ਾਂ ਦੇ ਨਾਲ ਕੋਈ ਮਤਲਬ ਨਹੀਂ। ਜਦ ਪਰਮੇਸ਼ਰ ਹੀ ਉਹਦਾ ਸਾਰੀਆਂ ਗੱਲਾਂ ਦੇ ਵਿੱਚ ਇੰਤਜ਼ਾਮ ਕਰ ਰਿਹਾ ਤਾਂ ਉਹਨੂੰ ਭੱਜਣ ਦੀ ਕੀ ਲੋੜ ਆ? ਮੈਨੂੰ ਕਿੱਦਾਂ ਚੱਲਣਾ? ਇੱਥੇ ਜਦੋਂ ਪਰਮੇਸ਼ਰ ਉਹਦੇ ਨਾਲ ਗੱਲ ਕਰ ਰਿਹਾ ਸੀ ਤਾਂ ਉਹਨੇ ਆਪਣੇ ਕਿਹਾ ਕਿ ਪਰਮੇਸ਼ਰ ਮੈਂ ਹੀ ਇਕੱਲਾ। ਤਾਂ ਪਰਮੇਸ਼ਰ ਲਿਖਿਆ ਭੁਚਾਲ ਦੇ ਪਿੱਛੋਂ ਆ ਗਏ। ਪਹਿਲਾਂ ਭੁਚਾਲ ਆਇਆ ਜਦੋਂ ਪਰਮੇਸ਼ਰ ਗੱਲ ਕਰਨ ਦੇ ਲਈ ਆ ਰਿਹਾ ਸੀ। ਸਭ ਤੋਂ ਪਹਿਲਾਂ ਭੁਚਾਲ ਆਇਆ, ਉਸ ਤੋਂ ਬਾਅਦ ਅੱਗ ਆਈ। ਅੱਗ ਤੋਂ ਬਾਅਦ ਪਿੱਛੇ ਇੱਕ ਹੌਲੀ ਅਤੇ ਨਿੰਮੀ ਆਵਾਜ਼ ਆਈ। ਬੜੀ ਨਮਰਤਾ ਅਤੇ ਦੀਨਤਾ ਦੇ ਨਾਲ ਮੇਰੇ ਕੋਲ ਪਰਮੇਸ਼ਰ ਦੀ ਆਵਾਜ਼ ਆਉਂਦੀ ਹੈ। ਉਹਨੂੰ ਸੁਣਨਾ ਹੈ, ਬੜੇ ਧਿਆਨ ਦੇ ਨਾਲ ਸੁਣ। ਮੇਰੇ ਲਈ ਉਹ ਕੀ ਕਹਿ ਰਿਹਾ, ਮੇਰੇ ਚਰਿੱਤਰ ਦੇ ਪ੍ਰਤੀ ਕੀ ਕਹਿ ਰਿਹਾ, ਮੇਰੇ ਚਾਲ ਚਲਨ ਦੇ ਪ੍ਰਤੀ। ਜੇ ਉਹ ਕਹਿ ਰਿਹਾ ਤਾਂ ਉਸ ਨੂੰ ਸੁਧਾਰਨਾ ਹੈ।
ਜਦੋਂ ਅਸੀਂ ਸੁਧਾਰਦੇ ਹਾਂ ਤਾਂ ਪਰਮੇਸ਼ਰ ਹਰ ਇੱਕ ਮੁਸੀਬਤ ਦੇ ਵਿੱਚ, ਹਰ ਇੱਕ ਦੁੱਖ ਦੇ ਵਿੱਚ ਉਹ ਮੇਰੇ ਨਾਲ ਖੜਾ ਹੈ। ਉਹ ਮੇਰੀ ਮਦਦ ਕਰਨ ਦੇ ਲਈ ਖੜਾ ਹੈ। ਚਾਲ ਚੱਲਣ ਦੇ ਵਿੱਚ ਉਹ ਮੇਰੇ ਨਾਲ ਖੜਾ ਹੈ। ਮਨਸ਼ਾ ਕੀ ਹੈ ਉਹਦੀ ਮਨਸ਼ਾ? ਫਿਰ ਅਸੀਂ ਦੇਖਦੇ ਹਾਂ ਨਿਚਾ, ਧੀਰਜ, ਪ੍ਰੇਮ, ਸਬਰ। ਇਹ ਗੱਲਾਂ ਵਿਸ਼ਵਾਸੀ ਦੇ ਵਿੱਚ ਹੋਣੀਆਂ ਚਾਹੀਦੀਆਂ ਹੈ। ਤਦ ਵਿਸ਼ਵਾਸੀ ਪਰਮੇਸ਼ਰ ਕੋਲੋਂ ਮਦਦ ਪਾਉਂਦਾ ਹੈ ਔਰ ਪਰਮੇਸ਼ਰ ਉਹਦੀ ਮਦਦ ਕਰਦਾ ਹੈ। ਕੱਲ ਮੈਂ ਇਹਨਾਂ ਗੱਲਾਂ ਦੇ ਬਾਰੇ ਆਪ ਦੇ ਨਾਲ ਫੇਰ ਵਿਸਤਾਰ ਦੇ ਵਿੱਚ ਰੂਬਰੂ ਹੋਵਾਂਗਾ। ਔਰ ਇਹ ਜ਼ਰੂਰੀ ਹੈ ਕਿ ਦੁੱਖ ਅਤੇ ਮੁਸੀਬਤਾਂ ਦੇ ਸਮੇਂ ਵਿੱਚ ਅਸੀਂ ਵਚਨ ਦੇ ਨਾਲ ਕਿਵੇਂ ਖਲੋਤੇ ਰਹਿ ਸਕਦੇ ਹਾਂ। ਅਸੀਂ ਦੇਖਿਆ ਪੌਲਸ ਵਚਨ ਦੇ ਨਾਲ ਖਲੋਤਾ ਰਿਹਾ ਅਤੇ ਉਸ ਦਾ ਨਮੂਨਾ ਤਿਮੋਥੀਅਸ ਨੂੰ ਦੇ ਰਿਹਾ, ਉਹ ਤਿਮੋਥੀਅਸ ਨੂੰ ਦੱਸ ਰਿਹਾ। ਤੇ ਕੱਲ ਅਸੀਂ ਹੋਰ ਦੇਖਾਂਗੇ ਕਿ ਕਿਸ ਤਰ੍ਹਾਂ ਇਸ ਬੁਰੇ ਸੰਸਾਰ ਦੇ ਵਿੱਚ ਅਸੀਂ ਦੁੱਖ ਅਤੇ ਕਸ਼ਟਾਂ ਦੇ ਵਿੱਚ ਪਰਮੇਸ਼ਰ ਦੇ ਨਾਲ ਖੜੇ ਰਹਿ ਸਕਦੇ ਹਾਂ, ਪਰਮੇਸ਼ਰ ਦੇ ਵਚਨ ਦੇ ਨਾਲ ਖੜੇ ਰਹਿ ਸਕਦੇ ਹਾਂ। ਕਿਉਂਕਿ ਪਰਮੇਸ਼ਰ ਦਾ ਵਚਨ ਹੀ ਮੈਨੂੰ ਸਮਰੱਥ ਦਿੰਦਾ ਹੈ ਜਿਸ ਦੇ ਵਿੱਚ ਮੈਂ ਪਰਮੇਸ਼ਰ ਦੇ ਨਾਲ ਖੜਾ ਰਹਿ ਸਕਦਾ। ਇਸ ਸੰਸਾਰ ਦੇ ਵਿੱਚ ਕੋਈ ਮੇਰੇ ਨਾਲ ਨਹੀਂ ਸਿਵਾਏ ਪਰਮੇਸ਼ਰ ਦੇ ਵਚਨ ਦੇ। ਸੋ ਇਸ ਲਈ ਅਸੀਂ ਪਰਮੇਸ਼ਰ ਦੇ ਵਚਨ ਦੇ ਨਾਲ ਜਦੋਂ ਵੀ ਦੁੱਖ ਆਵੇ, ਮੁਸੀਬਤ, ਪਰਮੇਸ਼ਰ ਦੇ ਵਚਨ ਦੇ ਕੋਲ ਆ ਜਾਓ ਪ੍ਰਾਰਥਨਾ ਸਹਿਤ। ਪਰਮੇਸ਼ਰ ਤੁਹਾਡਾ ਉਸ ਦਾ ਉੱਤਰ ਤੁਹਾਨੂੰ ਜ਼ਰੂਰ ਦੇਗਾ। ਮੈਂ ਆਪਣੇ ਵਚਨ ਨੂੰ ਇਸ ਜਗ੍ਹਾ ਦੇ ਉੱਤੇ ਵਿਰਾਮ ਦਿੰਦਾ। ਕੱਲ ਫੇਰ ਮਿਲਾਂਗੇ। ਤਦ ਤੱਕ ਦੇ ਲਈ ਪਰਮੇਸ਼ਰ ਆਪ ਸਭ ਨੂੰ ਆਸ਼ੀਸ਼ ਦੇਵੇ। ਜੈ ਮਸੀਹ ਦੀ। ਮਾਰਾਨਾਥ।